ਵਧੀਆ ਹੈ ਨਿਊਰੋਲੋਜੀ ਕੀ ਹੈ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਮਤਲਬ ਮੋਸਟ ਆਫ ਦਾ ਟਾਈਮ ਜਦੋਂ ਸਾਡੇ ਕੋਲ ਮਰੀਜ਼ ਪਹੁੰਚਦਾ ਹੈ ਉਸ ਤੋਂ ਪਹਿਲਾਂ ਉਹ 2-3 ਡਾਕਟਰਸ ਕੋਲ ਜਾ ਕੇ ਫਿਰ ਉਸਨੂੰ ਪਤਾ ਲੱਗਦਾ ਕਿ ਮੈਨੂੰ ਤਾਂ ਨਿਊਰੋਲੋਜੀ ਵਿੱਚ ਜਾਣਾ ਸੀ ਮੇਰਾ ਟਾਈਮ ਇਹਦੇ ਵਿੱਚ ਲੱਗ ਗਿਆ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਸਿੰਪਟਮਸ ਬ੍ਰੇਨ ਦੇ ਨਾਲ ਰਿਲੇਟਡ ਨੇ ਤਾਂ ਨਿਊਰੋਲੋਜੀ ਇਟ ਇਨਕਲੂਡਸ ਬ੍ਰੇਨ spine, nerve and muscle. ਆਪਾਂ ਦੋ ਚੀਜ਼ਾਂ ਡਿਵਾਈਡ ਕਰ ਦਿੰਦੇ ਹਾਂ ਸੈਂਟਰਲ ਨਰਵਸ ਸਿਸਟਮ ਐਂਡ ਪੈਰੀਫਰਲ ਨਰਵਸ ਸਿਸਟਮ ਬ੍ਰੇਨ ਵਾਲਾ ਦਾ ਪਤਾ ਲੱਗ ਜਾਂਦਾ ਮਰੀਜ਼ਾਂ ਨੂੰ ਕਿ ਭਈ ਯਾਰ ਨਰਵ ਦਾ ਕਿ ਮੇਰੇ ਹੱਥ ਪੈਰ ਸੁੰਨ ਹੋ ਰਹੇ ਸਿਰ ਦੁਖ ਰਿਹਾ ਸਪਾਈਨ ਦਾ ਕੁਝ ਵਾਰ ਪਤਾ ਲੱਗਦਾ ਹੈ ਕੁਝ ਵਾਰ ਨਹੀਂ ਪਤਾ ਲੱਗਦਾ ਦੇ ਗੋ ਟੂ ਯੂਰੋਲੋਜਿਸਟ ਕਿ ਪਿਸ਼ਾਬ ਦੀ ਦਿੱਕਤ ਹੋ ਗਈ ਕਮਰ 'ਚ ਦਰਦ ਹੈ ਤਾਂ ਉਹ ਸਾਡੇ ਕੋਲ ਲੇਟ ਪਹੁੰਚਦੇ ਨੇ ਤਾਂ ਕਾਮਨ ਸਿੰਪਟਮਸ ਨਿਊਰੋਲੋਜੀ ਕੀ ਨੇ ਇੱਕ ਤਾਂ ਮੈਂ ਦੱਸਿਆ ਹੈਡੇਕ ਸਭ ਤੋਂ ਜ਼ਿਆਦਾ ਕਾਮਨ ਨਿਊਰੋਲੋਜੀ ਓਪੀਡੀ ਦੇ ਵਿੱਚ ਹੈਡੇਕ ਨਾਲ ਆਉਂਦੇ ਨੇ ਤਾਂ ਹੈਡੇਕ ਨੂੰ ਕਿੰਨਾ ਸੀਰੀਅਸਲੀ ਲੈਣਾ ਚਾਹੀਦਾ ਯੂਜੂਅਲੀ ਕਿਸੇ ਦਾ ਸਿਰ ਦਰਦ ਹੈ ਕੋਈ ਡਿਸਪਲਿਨ ਲੈ ਲੈਂਦਾ ਹੈ ਕੋਈ ਕਿਸੇ ਨੇ ਕਾਮਿਕ ਫਲੈਮ ਲੈ ਲਈ ਤੇ ਉਹਨੂੰ ਚੱਲੀ ਜਾਂਦਾ ਹੈਗਾ ਅਨਲੈਸ ਐਂਡ ਅੰਟਿਲ ਬਹੁਤ ਸਿਰ ਦਰਦ ਕਰੇ ਨਹੀਂ ਤਾਂ ਹੈਡੇਕ ਵਾਸਤੇ ਜ਼ਿਆਦਾਤਰ ਲੋਕ ਆਪਣੀ ਦਵਾਈਆਂ ਲੈ ਕੇ ਘਰੇ ਠੀਕ ਹੋ ਜਾਂਦੇ ਨੇ ਹੈਡੇਕ ਨੂੰ ਕਦੋਂ ਸੀਰੀਅਸਲੀ ਲੈਣਾ ਚਾਹੀਦਾ ਹੈ ਦੇਖੋ ਹੈਡੇਕਸ ਪ੍ਰਾਇਮਰੀ ਹੈਡੇਕਸ ਹੁੰਦੇ ਨੇ ਤੇ ਸੈਕੰਡਰੀ ਹੈਡੇਕਸ ਪ੍ਰਾਇਮਰੀ ਹੈਡੇਕਸ ਜਿਵੇਂ ਕਿ ਮਾਈਗ੍ਰੇਨ ਟੈਂਸ਼ਨ ਟਾਈਪ ਹੈਡੇਕਸ ਜਿਹਦੇ ਵਿੱਚ ਜ਼ਿਆਦਾ ਮਤਲਬ ਕਿ ਮਾਈਗ੍ਰੇਨ ਬਹੁਤ ਹੀ ਕਾਮਨ ਫੀਮੇਲਸ ਦੇ ਵਿੱਚ ਜ਼ਿਆਦਾ ਕਾਮਨ ਹੈ ਕਿ ਅੱਧਾ ਸਿਰ ਦੁਖਣਾ ਜੀ ਕੱਚਾ ਹੋਣਾ ਰੋਸ਼ਨੀ ਨਾ ਚੰਗਾ ਲੱਗਣਾ ਉਲਟੀ ਆਣਾ ਕਿਸੇ ਨਾਲ ਗੱਲ ਕਰਨ ਤੇ ਮੈਡੀਸਨ ਲੈ ਕੇ ਠੀਕ ਹੋ ਜਾਂਦਾ ਹੈ ਟੈਂਸ਼ਨ ਟਾਈਪ ਹੈਡੇਕਸ ਅੱਜ ਦੀ ਦਿਨ ਵਿੱਚ ਬਹੁਤ ਸਟ੍ਰੈਸ ਹੈਗਾ ਜਿਹਦੇ ਕਰਕੇ ਟੈਂਸ਼ਨ ਟਾਈਪ ਹੈਡੇਕਸ ਵੀ ਬਹੁਤ ਜ਼ਿਆਦਾ ਚੱਲ ਰਹੇ ਨੇ ਬਿਕੋਜ਼ ਹਰ ਚੀਜ਼ ਟਾਈਮ ਬਾਉਂਡ ਹੈਗੀ ਹੈ ਸਭ ਵਰਕਿੰਗ ਨੇ ਸਵੇਰੇ ਟਾਈਮ ਸਿਰ ਪਹੁੰਚਣਾ ਬੌਸ ਦੇ ਅੰਦਰ ਕੰਮ ਕਰਨਾ ਹਰ ਚੀਜ਼ ਟੈਨਸ਼ਨ ਦੇ ਨਾਲ ਉਹ ਹੈ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ ਕਿ ਖੇਤੀ ਚੱਲ ਰਹੀ ਸੀ ਕੋਈ ਟਾਈਮ ਬਾਉਂਡ ਕੁਝ ਨਹੀਂ ਸੀ ਆਪਣੇ ਲਈ ਨਾ ਕੋਈ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਸੀ ਤਾਂ ਅੱਜ ਦੀ ਡੇਟ ਦੇ ਵਿੱਚ ਟੈਂਸ਼ਨ ਟਾਈਪ ਹੈਡੇਕਸ ਬਹੁਤ ਜ਼ਿਆਦਾ ਇਨਸੀਡੈਂਸ ਹੈਗਾ ਲੋਕਾਂ ਨੂੰ ਨੀਂਦ ਨਹੀਂ ਆ ਰਹੀ ਫੋਨ ਦੇ ਨਾਲ ਮੋਬਾਈਲ ਫੋਨ ਦੇ ਨਾਲ ਜ਼ਿਆਦਾ ਲੱਗੇ ਹੋਏ ਨੇ ਦੂਜਾ ਹੁੰਦਾ ਹੈ ਸੈਕੰਡਰੀ ਹੈਡੇਕਸ ਜਿੱਥੇ ਆਪਾਂ ਨੂੰ ਇਮੀਡੀਏਟਲੀ ਡਾਕਟਰ ਕੋਲ ਪਹੁੰਚਣਾ ਚਾਹੀਦਾ ਹੈ ਕਿਹੜੇ ਵਾਰਨਿੰਗ ਸਾਈਨਸ ਰੈਡ ਫਲੈਗ ਸਾਈਨਸ ਹੈ ਕਿ ਜਦੋਂ ਆਪਾਂ ਡਾਕਟਰ ਕੋਲ ਨਿਊਰੋਲੋਜਿਸਟ ਕੋਲ ਇਮੀਡੀਏਟਲੀ ਪਹੁੰਚੀਏ ਜੇ ਸਿਰ ਦਰਦ ਇੱਕਦਮ ਬਹੁਤ ਤੇਜ਼ ਹੋ ਰਿਹਾ ਹੈ ਉਲਟੀਆਂ ਲੱਗ ਰਹੀਆਂ ਨੇ ਬੈਲੈਂਸ ਨਹੀਂ ਬਣ ਰਿਹਾ ਹੈਗਾ ਚੱਕਰ ਆ ਰਹੇ ਨੇ ਹੋਸ਼ ਘਟ ਰਿਹਾ ਹੈਗਾ then you should immediately go to the neurologist nearby ਇਸ ਦੇ ਵਿੱਚ ਕੀ ਹੋ ਸਕਦਾ ਹੈਗਾ ਕਿ ਜਦੋਂ ਇੰਨਾ ਸਿਰ ਦਰਦ ਹੋ ਰਿਹਾ ਬ੍ਰੇਨ ਜਿਵੇਂ ਮੈਮ ਨੇ ਦੱਸਿਆ ਕਿ ਬ੍ਰੇਨ ਟਿਊਮਰ ਹੋ ਸਕਦਾ ਹੈਗਾ ਉਸ ਤੋਂ ਇਲਾਵਾ ਸਿਰ ਦੀ ਨਸ ਫਟ ਸਕਦੀ ਹੈਗੀ ਸਬਰੈਕਨੋਇਡ ਹੈਮਰੇਜ ਦੇ ਵਿੱਚ ਸਡਨ ਹੈਡੇਕ ਜੇ ਚੱਕਰ ਆ ਰਹੇ ਨੇ ਨਾਲ ਤਾਂ ਕਈ ਵਾਰ ਪੋਸਟੀਰੀਅਰ ਸਰਕੂਲੇਸ਼ਨ ਸਟ੍ਰੋਕ ਹੋ ਜਾਂਦਾ ਹੈ ਕਿਸੇ ਦੁੱਖ ਰਿਹਾ ਤੇ ਬੈਲੈਂਸ ਨਹੀਂ ਬਣ ਰਿਹਾ ਚੱਕਰ ਆ ਰਹੇ ਨੇ ਸੈਕਿੰਡ ਸਿੰਪਟਮ ਹੁੰਦਾ ਸਟ੍ਰੋਕ ਸਟ੍ਰੋਕ ਨੂੰ ਪੰਜਾਬੀ ਚ ਪਧਰੰਗ ਵੀ ਕਹਿੰਦੇ ਆ ਪਾਲਿਸ਼ ਵੀ ਕਹਿੰਦੇ ਹੈਗੇ ਆ ਕਿੰਨੇ ਲੋਕਾਂ ਦੇ ਰਿਸ਼ਤੇਦਾਰੀ ਚ ਜਾਂ ਕੋਈ ਜਾਣਕਾਰੀ ਚ ਕਿਸੇ ਨੂੰ ਸਟ੍ਰੋਕ ਹੋਇਆ ਹੈਗਾ ਇੱਕ ਉਧਰਲੇ ਪਾਸੇ ਸਿੰਪਟਮਸ ਬਾਰੇ ਪੁੱਛਣਾ ਹੋਵੇ ਹਾਊ ਟੂ ਮਤਲਬ ਕੀ ਤੁਹਾਨੂੰ ਘਰ ਦੇ ਵਿੱਚ ਕਿਉਂ ਪਤਾ ਚੱਲੂਗਾ ਕਿ ਸਾਨੂੰ ਅਧਰੰਗ ਦੀ ਸ਼ਿਕਾਇਤ ਹੋ ਰਹੀ ਕੀ ਸਿੰਪਟਮਸ ਹੁੰਦੇ ਨੇ facial paralysis or anybody ਅਧਰੰਗ ਦੇ ਵਿੱਚ ਕੀ ਸਿੰਪਟਮਸ ਪਾਸਾ ਖੜ ਜਾਣਾ ਜੀ ਦੇ ਵਿੱਚ ਬੋਲਣਾ ਘਟ ਜਾਣਾ ਜਾਂ ਜ਼ਬਾਨ ਤਬਲਾ ਜਾਣੀ ਮੂੰਹ ਵਿੰਗਾ ਹੋ ਜਾਂਦਾ ਜੀ ਮੂੰਹ ਵਿੰਗਾ ਹੋ ਜਾਣਾ ਹੋਰ ਕਿੰਨੀ ਕਾਮਨ ਹੈਗੀ ਸਟ੍ਰੋਕ ਆਸੇ ਪਾਸੇ ਤੁਹਾਡੇ ਕਿਸੇ ਗੁਆਂਢੀਆਂ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਕਿੰਨੇ ਪਤਾ ਹੈ ਕਿ ਵੀ ਸਟ੍ਰੋਕ ਬਿਮਾਰੀ ਕਾਫੀ ਚੱਲ ਰਹੀ ਜਿਵੇਂ ਹਾਰਟ ਅਟੈਕ ਬਹੁਤ ਜ਼ਿਆਦਾ ਹੈਗਾ ਨਾ ਪਰ ਬ੍ਰੇਨ ਅਟੈਕ ਦਾ ਕਿੰਨਾ ਤੁਹਾਨੂੰ ਲੱਗਦਾ ਕਿ ਕਿੰਨਾ ਇਨਸੀਡੈਂਟ ਹੈ ਤਾਂ ਬਹੁਤ ਜ਼ਿਆਦਾ ਜੀ ਲੋਕਾਂ ਨੂੰ ਪਤਾ ਨਹੀਂ ਹੈ
नहीं कोई नहीं दसन वास्ते ना चलो पता तो होगी इन्होंने पता है कि नहीं हाँ जी हाँ पैरालिसिस इज कॉमन देखो इस वास्ते अवेयरनेस ठीक है सर, बहुत बढ़िया, वेलकम। डॉक्टर साहब वेलकम करते हैं। देखो स्ट्रोक मैं कुंदन गोगिया जी मेयर पटियाला साडे विचार पहुंच चुके हैं उन्हों का दिलों स्वागत करती हाँ TBC वालों नाल ही हरनेक सिंह ढोल जी डेप्यूटी डायरेक्टर ऑफ भाषा विभाग प्रेजेंट हैं हार्टिएस्ट वेलकम सर। स्ट्रोक अवेयरनेस जिवें हार्ट अटैक की अवेयरनेस है कि किसी को छाती से दर्द होया तब पेशेंट इमीडिएटली हॉस्पिटल पहुंच जाता है पर ब्रेन स्ट्रोक ਦੇ ਵਿੱਚ पेशेंट ने या बीबी की दवाई ले ली किसी रिश्तेदार को फोन किया कि मेरा हाथ सुन हो रहा है मैं की करा कोई अफीम लै लगता है डॉक्टर को तो दूजे तीजे दिन पहुंचना इस करके पर स्ट्रोक ਦੇ ਵਿੱਚ जिन्नी जल्दी तुम डॉक्टर को पहुंचोगे उन्ना ही तुम ब्रेन के सैल्स बचा सकते हो कहने कि टाइम इज ब्रेन हर एक मिनट सपोजली थोनों ब्रेन च क्लॉट आ गया है तो एक मिनट के 2 लाख न्यूरॉन्स की डेथ हो जाती है जो ब्रेन स्ट्रोक होता है तो थोड़ी होने तो बाद जी डिसेबिलिटी है कि बंदा अपना इंडिपेंडेंट नहीं है तुरंत च दिक्कत है जिस सपोजली सज्जे हाथ च हो गया है तो कुछ खान च दिक्कत है देखते अख जो के आ गया तो निगाह चली जाएगी ब्रेन के बैलेंस वाले सेंटर से तो तुम चंगी तरह चल नहीं सकते इस करके इस स्ट्रोक की अवेयरनेस की थोड़ा पहला पता चले तो तुम डॉक्टर को इमीडिएटली पहुंचो डॉक्टर को कितने पहुंचो ये भी इंपॉर्टेंट है OPD च पहुंचोगे एमरजेंसी च पहुंचो कुछ लोग OPD चले जाते हैं सपोज पता भी लग गया उत्थे वेट करेंगे पर गोल्डन पीरियड इज 4.5 आवर्स 4.5 घंटे ਦੇ ਵਿੱਚ मतलब ट्रीटमेंट पूरा हो जाना चाहिए है जे पेशेंट के ब्रेन ਦੇ ਵਿੱਚ क्लॉट हैगा क्योंकि आजकल साइंस ने एक तरक्की कर ली है कि क्लॉट को खोलने वास्ते इंजेक्शन पहले 4.5 घंटे लग सकता है पर पहले तो पेशेंट को पता नहीं लगता उन्होंने पता लगने वास्ते एक मॉर्निंग हैगा डीप फास्ट की हैगा डीप फास्ट डी स्टैंड्स फॉर बैलेंस सडनली होएगा वैस्कुलर फिनोमेना है ब्लड की ब्लॉकेज ब्रेन को होई तो थोड़ा एकदम बैलेंस बनना खराब है तो सवेरे उठे थोड़ा तो चलने नहीं जा रहे हैं वॉमिटिंग आ रही है तो एकदम सीरियसली ले रहे हैं कि हाँ भी ब्रेन स्ट्रोक का नहीं हो जाएगा देन ई स्टैंड फॉर आईज सडन लॉस ऑफ विजन एकदम अपन अखा में दिखना एक आंख तो बंद हो गया या एक साइड तो दिख रहा एक साइड तो नहीं दिख रहा अभी अपन इमीडिएटली डॉक्टर को भी एमरजेंसी हॉस्पिटल पहुंचना जिथे CT ਤੇ या MRI ਦੀ ਫੈਸਿਲਿਟੀ ਅਵੇਲੇਬਲ ਹੈਗੀ ਹੈ ਬਿਕੋਜ਼ ਇਹਦੇ ਵਿੱਚ ਇਹ ਵੀ ਨਹੀਂ ਹੈ ਕਿ ਜੇ ਪਤਾ ਲੱਗ ਗਿਆ ਕਿ ਅਸੀਂ ਐਸਪਿਰਿਨ ਖਾ ਲਈ ਹੈ BP ਦੀ ਗੋਲੀ ਖਾ ਲਈ ਹੈ ਉਹਨਾਂ ਦਾ ਨੁਕਸਾਨ ਹੈਗਾ ਜੇ ਤੁਸੀਂ ਬਾਈ ਦਾ ਐਸਪਿਰਿਨ ਖਾ ਲਈ ਤੇ ਅੰਦਰ ਬ੍ਰੇਨ ਟ੍ਰਾਂਸਫਰਟਿੰਗ ਹੋਈ ਹੈ ਤਾਂ ਤੁਹਾਡਾ ਖੂਨ ਹੋਰ ਪਤਲਾ ਹੋ ਜਾਊਗਾ ਸਭ ਹੋਰ ਨੁਕਸਾਨ ਹੋ ਜਾਏਗਾ ਤੇ ਜੇ ਤੁਸੀਂ BP ਦੀ ਦਵਾਈ ਤੁਸੀਂ ਦੇਖਿਆ ਕਿ ਮੇਰਾ BP 160 ਹੈ BP ਵੱਧ ਗਿਆ ਹੈਗਾ ਤੇ ਗੋਲੀ ਖਾ ਲਈ BP ਘਟ ਗਿਆ ਤੇ ਬ੍ਰੇਨ ਨੂੰ ਉਸ ਪ੍ਰੈਸ਼ਰ ਨਾਲ ब्लड जाना नहीं तो होर नुकसान आपका करना जो पता लग गया तो इमीडिएटली गो टू स्ट्रोक रेडी हॉस्पिटल सारे हॉस्पिटल स्ट्रोक रेडी नहीं होते जिसे CT या MRI की फैसिलिटी हो न्यूरोलॉजिस्ट हो जाके वो इंजेक्शन लग सकते कई लोग की करते हैं एमरजेंसी जाया पेशेंट को दसे जी छोटे यहाँ इंजेक्शन लगेगा इन्नी कॉस्ट है TPA की नहीं असं तरजीह बड़े हॉस्पिटल फोर्टिस जाएंगे फोर्टिस जाते जाते 1.5 घंटा लग जाता है then they lose this golden period इतने सारे नुकसान हो जाता है शायद 4.5 घंटे लेट पहुंचते थे फिर वो ट्रीटमेंट भी नहीं हो सकता तो इसलिए अपने सिम्टम समझने पे टाइम से पहुंचना जितनी जल्दी पहुंचोगे नहीं है कि 4.5 घंटे नहीं आधे घंटे पहुंचोगे ना घंटे उतने ही सेल्फ तुम बचा लोगे ई तो बाहर अंदर F का होता है फेशियल पैरालिसिस थोड़ा मुंह टेढ़ा हो गया तुम खास रहे हो या पानी पी रहे हो तो ऐसा बाहर आ गया है then A stand for arm weakness देखने वास्ते सिंपल सा टेस्ट है कि तुम दोनों हाथ सीधे करोगे ठीक है तो जड़ी वीक होएगी इट विल ड्रिफ्ट डाउन
ਤੇ ਉਸ ਤੋਂ ਵੀ ਪਤਾ ਲੱਗ ਜਾਂਦਾ ਜਾਂ ਆਪਾਂ ਕੋਈ ਚੀਜ਼ ਖੋਲਣ ਦੀ ਜਾਂ ਉਹ ਡਿਕਟੇਸ਼ਨ ਸਿੱਧੀ ਮੈਨੂੰ ਚਾਬੀ ਨਹੀਂ ਚੱਕੀ ਜਾ ਰਹੀ ਮੇਰੀ ਤਾਂ ਇੰਨਾ ਛੋਟਾ ਸਿੰਪਟਮ ਵੀ ਹੋ ਸਕਦਾ ਹੈ। S stands for speech ਕਿ ਤੁਹਾਡੀ ਸਪੀਚ ਦੇ ਵਿੱਚ ਫੁਟਲਾਹਟ ਆ ਰਹੀ ਹੈ, ਸਾਫ਼ ਨਹੀਂ ਹੋ ਜਾ ਰਹੀ ਹੈ। and T stands for time ਕਿ ਟਾਈਮ ਗੋਲਡਨ ਹੈਗਾ, ਫਟਾਫਟ ਹਸਪੀਟਲ ਜਾਓ, ਕੋਈ ਅਫੀਮ ਨਹੀਂ, ਕੋਈ ਐਸਪਰੀਨ ਨਹੀਂ, ਕੋਈ ਬੀਪੀ ਦੀ ਦਵਾਈ ਨਹੀਂ, ਸਿਰਫ ਤੇ ਸਿਰਫ ਹਸਪੀਟਲ ਜਿੱਥੇ ਸਿਟੀ MRI ਹੈ। तो फिर कि याद हो बी फास्ट याद हो गया। B stands for balance, E stands for eyes, vision loss, F stands for facial paralysis, facial deviation, A stands for arm weakness, S stands for speech, and T stands for time to rush। थर्ड सिम्टम आता है एपिलेप्सी, सीजर। वो भी बहुत कॉमन हैगा। किसी ने जानकारी को सिर्फ तेरे रिलेटिव या कोई जान पहचान किसी को एपिलेप्सी या सीजर की दिक्कत हो किसी ने थोड़ी दवाई है वैसे बहुत कॉमन की दिक्कत है बच्चों को लेके। ਬੱਚਿਆਂ ਦੇ ਜ਼ਿਆਦਾ ਹੈ ਡਾਕਟਰ ਸਾਹਿਬ, ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹੈ, हर उम्र के लोग है, यंग बच्चों ਨੂੰ ਵੀ ਹੈ। जमदे बच्चे तो लेके ऐसे तक कैन हैव सीजर। जमदे बच्चे ਦੇ ਵਿੱਚ ਕੋਈ ਬ੍ਰੇਨ ਇਨਫੈਕਸ਼ਨ ਹੋ ਗਈ ਤਾਂ ਸੀਜ਼ਰ ਹੋ ਸਕਦਾ ਹੈ, ਹੈਪੋਕਸਿਕ ਇੰਜਰੀ ਹੋ ਗਈ, ਬ੍ਰੇਨ ਇਨਫੈਕਸ਼ਨ ਚਲੀ ਗਈ। ਫਿਰ ਜਿਹੜੀ ਐਡੋਲੈਸੈਂਸ ਹੈ ਉਹਦੇ ਵਿੱਚ KME ਦਿੱਕਤ ਹੋਈ ਜਿਹਦੇ ਕਰਕੇ ਦੌਰੇ ਪੈ ਜਾਂਦੇ ਨੇ। ਔਰ ਬ੍ਰੇਨ ਇੰਜਰੀ ਦੀ ਗੱਠ ਹੋ ਸਕਦੀ ਹੈ ਜਿਸ ਕਰਕੇ ਸੀਜ਼ਰ ਹੋ, ਬ੍ਰੇਨ ਨਿਊਰੋਸਿਸ ਦੀ ਸਰਕੋਸਿਸ ਕਹਿੰਦੇ ਬ੍ਰੇਨ ਕੀੜਾ ਹੈਗਾ ਉਸ ਕਰਕੇ ਸੀਜ਼ਰ ਹੋ ਸਕਦਾ ਹੈਗਾ। ਕੋਲਡਿਕ ਟਿਊਮਰ ਹੋ ਸਕਦਾ ਹੈ, ਥੋੜਾ ਸੋਡੀਅਮ ਘਟ ਜੇ, ਕੋਈ ਦਵਾਈ ਲੈ ਰਹੇ ਉਸ ਕਰਕੇ ਸੀਜ਼ਰ ਹੋ ਸਕਦਾ ਹੈ। ਸੀਨੀਅਰ ਸਿਟੀਜ਼ਨ ਦਾ ਸੋਡੀਅਮ ਬਹੁਤ ਕਾਮਨ ਹੈ, ਬਹੁਤ common ਹੈ। ਸੋਡੀਅਮ ਲੈਸ ਹੋ ਜਾਂਦਾ, ਨਮਕ ਗੱਲਾਂ ਟੈਕੀਆਂ ਕਰਦੇ ਆ, ਸਲੋ ਹੋ ਗਏ ਹਨਾ। ਤੇ ਸੀਜ਼ਰ ਵੇਲੇ ਜੇ ਕਿਸੇ ਨੂੰ ਬਾਈ ਦਾ ਤੁਹਾਡੇ ਆਸੇ ਪਾਸੇ ਵਗੈਰਾ ਸਕੂਲ ਹੋ ਜੇ ਤੇ ਕਰਨਾ ਕੀ ਚਾਹੀਦਾ, ਵਾਟ ਇਜ਼ ਦ ਫਰਸਟ ਸਟੇਜ। ਜੇ ਕਿਸੇ ਨੂੰ ਸੀਜ਼ਰ ਆ ਰਿਹਾ ਤਾਂ ਸਭ ਤੋਂ ਪਹਿਲਾਂ ਇਹ ਕਿ ਜਿੱਥੇ ਵੀ ਹੈ ਜੇ ਕਿਤੇ ਉੱਤੇ ਜਗ੍ਹਾ ਤੇ ਹੈ ਤਾਂ ਉਹ ਥੱਲੇ ਜ਼ਮੀਨ ਤੇ ਸਾਈਡ ਤੇ ਪਾਓ ਤਾਂ ਕਿ ਜਿਹੜੇ ਵੀ ਮੂੰਹ ਦੇ ਵਿੱਚ ਸਕ੍ਰੀਸ਼ਨ ਹੈਗੇ ਨੇ ਉਹ ਬਾਹਰ ਜਾਣ, ਫੇਫੜਿਆਂ ਨਾ ਜਾਣ। ਯੂਜਲੀ ਸੀਜ਼ਰ 5 ਮਿੰਟ ਦੇ ਵਿੱਚ ਰੁਕ ਜਾਂਦਾ ਹੈ, ਪਰ ਮੂੰਹ ਦੇ ਵਿੱਚ ਚਮਚ ਨਹੀਂ ਪਾਣਾ, ਪਾਣੀ ਨਹੀਂ ਪਾਣਾ, ਕੋਈ ਜੁੱਤੀ ਜਰਾ ਕੁਛ ਨਹੀਂ ਸੁਆਣਾ, ਠੀਕ ਹੈ। ਜੇ 5 ਮਿੰਟ ਤੋਂ ਉੱਤੇ ਸੀਜ਼ਰ ਚੱਲ ਰਿਹਾ ਰਸ਼ ਟੂ ਐਮਰਜੈਂਸੀ ਜਿੱਥੇ ਇੰਜੈਕਸ਼ਨ ਲੱਗ ਜਿਸ ਸੀਜ਼ਰ ਨੂੰ ਰੋਕਿਆ ਜਾ ਸਕਦਾ। इसको गुण आता है 4 सिम्टम्स यादाश्त है ना, सीरियस सिम्टम्स ज़्यादा है यादाश्त किसी को परेशानी हुई कितनी गैस काफी है आपके खुल जाते हो है किसी का नाम याद नहीं आ रहा होता और की सिस्टम्स लगने में दरवाजा चेक करना कि लाता कि नहीं लाता, ये कोई चाय बना रहे हैं चीनी पाई है कि नहीं पाई, तो देखो खुलना, देखो ये जो बीमारी है कि नॉर्मल एजिंग है, इनको डिफरेंशिएट करना जरूरी है। हर किसी को देख कुछ खुल गई नहीं है कि सबको डिमेंशिया है, इट मे बी द नॉर्मल एजिंग। इन्होंने तीन चीज़ें का डिवाइड कर नॉर्मल एजिंग की जिन्हें मेरे नाल दे वो भी अलग खुल जाता है, दैट इज की नॉर्मल एजिंग जिन्हें बाल चिट्टे हुए ब्रेन के सेल्स भी कमजोर हो रहे हैं तो इस करके थोड़ा बहुत तो अपना फंक्शंस घटन नहीं है ना। तो ठीक एजिंग एक्सेप्टेबल है। देन सेकंड इज द मिनिमम कॉग्निटिव इम्पेयरमेंट, इसमें थोड़ा ज़्यादा खुला लगता है पर थोड़ी रूटीन सब चल रही होती है, ये तो कि अपना सारा काम कर रहे हो ज़्यादा लोगों किसी ने देखा कि मैं इस तरह पे किसी रिलेटिव